ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਜੋਦਾ ਜੈਤ ਸੇਠ ਮਲ ਭਾਰੀ ਪੋਰਦਾਰ ਗੁਰਪੋਰ ਅਗਾਰੀ ਜੋਦਾ ਜੈਤ ਸੇਠ ਮਲ ਭਾਰੀ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁੱਖਾਂ ਦੇ ਸਾਗਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਕੁਝ ਸਮਾਂ ਗੁਰੂ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਦੀ ਕਥਾ ਜੋ ਕਿ ਆਪ ਜੀ ਹਰ ਰੋਜ਼ ਹੀ ਬੜੇ ਪਿਆਰ ਦੇ ਨਾਲ ਸਰਵਣ ਕਰਦੇ ਹੋ ਉਹ ਆਪਾਂ ਨੇ ਸਰਵਣ ਕਰਨੀ ਹੈ। ਸਭ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ
ਬੜੇ ਹੀ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ, ਗੁਰੂ ਜੀ ਦੀਆਂ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਸਾਧ ਸੰਗਤ ਜੀ, ਆਪ ਜੀ ਨੇ ਹੁਣ ਤੱਕ ਸਰਵਣ ਕੀਤਾ। ਗੁਰੂ ਜੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਸੁਭਾਏਮਾਨ ਹਨ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬਹੁਤ ਇੱਕ ਤਪੀਸ਼ਰ ਤਪ ਕਰਨ ਵਾਲੇ ਭਾਈ ਜੱਟੂ ਜੀ ਆਏ ਜੀ। ਭਾਈ ਜੱਟੂ ਜੀ ਆ ਕੇ ਮਹਾਰਾਜ ਕੋਲ ਉਪਦੇਸ਼ ਮੰਗਦੇ ਆ। ਮਹਾਰਾਜ ਕਹਿੰਦੇ ਭਾਈ ਜੱਟੂ ਜੀ, ਇੰਦਰੀਆਂ ਰੋਕ ਕੇ ਵਾਹਿਗੁਰੂ ਜੀ ਦਾ ਨਾਮ ਜਪਿਆ ਕਰੋ, ਨਾਮ ਜਪਿਆ ਕਰੋ। ਕਹਿੰਦੇ ਮਹਾਰਾਜ ਮੈਂ ਸੁਣਿਆ ਗਿਆਨ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਤੁਸੀਂ ਨਾਮ ਜਪਿਆ ਕਰੋ, ਨਾਮ ਜਪਿਆ ਹੀ ਗਿਆਨ ਦੀ ਪ੍ਰਾਪਤੀ ਹੋਣੀ ਹੈ। ਚਾਰ ਅੰਗ ਮੁਕਤੀ ਦੇ ਦੱਸੇ ਸਨ, ਚਾਰ ਸਾਧਨ ਜੋਗ, ਵੈਰਾਗ, ਭਗਤੀ ਤੇ ਗਿਆਨ। ਇਹ ਚਾਰੇ ਹੀ ਮਹਾਰਾਜ ਕਹਿੰਦੇ ਸਿਮਰਨ ਦੇ ਨਾਲ ਹੀ ਪ੍ਰਾਪਤ ਹੋਣੇ ਆ। ਸਿੱਖ ਸਿਮਰਨ ਸਾਧਨਾ ਕਰਦਾ ਹੈ, ਸੋ ਮਹਾਰਾਜ ਨੇ ਉਹਨਾਂ ਨੂੰ ਸਹੀ ਗਿਆਨ ਦਿੱਤਾ। ਹੁਣ ਆਪਾਂ ਅੱਗੋਂ ਸੰਗਤ ਦੀ ਕਥਾ ਸਰਵਣ ਕਰਨੀ ਹੈ। ਭਾਈ ਨਿਵਲਾ ਜੀ ਤੇ ਭਾਈ ਨਿਹਾਲੂ ਜੀ, ਨਿਵਲਾ ਤੇ ਨਿਹਾਲਾ ਇਹ ਸਿੱਖ ਆਏ। ਇਹਨਾਂ ਨਾਲ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਵਿਲਾਸ ਕੀਤੇ, ਉਪਦੇਸ਼ ਬਖਸ਼ਿਸ਼ ਕੀਤਾ। ਹੁਣ ਆਪਾਂ ਅੱਗੋਂ ਕਥਾ ਸੁਣਨੀ ਹੈ। ਜਦੋਂ ਉਪਦੇਸ਼ ਵਾਲੀ ਕਥਾ ਸੰਗਤ ਦੀ ਆਪਾਂ ਸੁਣਨੀ ਹੈ, ਮਨ ਵਿੱਚ ਇਹ ਭਾਵਨਾ ਰੱਖਣੀ ਹੈ, ਗੁਰੂ ਜੀ ਜਿੱਥੇ ਉਹਨਾਂ ਸਿੱਖਾਂ ਨੂੰ ਸਮਝਾ ਰਹੇ ਆ, ਉੱਥੇ ਸਾਡੇ ਤੇ ਵੀ ਕਿਰਪਾ ਕਰ ਰਹੇ ਨੇ। ਮਹਾਰਾਜ ਸਾਨੂੰ ਵੀ ਸਮਝਾ ਰਹੇ ਹਨ। ਆਓ ਸੁਰਤੀਆਂ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਚੱਲੀਏ। ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਸੁਭਾਏਮਾਨ ਹਨ। ਸਿੱਖ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ। ਅੱਗੋਂ ਹੁਣ ਕਥਾ ਸੁਣੀਏ। ਸਭ ਸੰਗਤ ਗੱਜ ਕੇ ਆਖੋ ਸਤਿਨਾਮ। ਹਾਂਜੀ। ਜੋਦਾ ਜੈਤ ਸੇਠ ਮਲ ਭਾਰੀ। ਸਾਧ ਸੰਗਤ ਜੀ, ਇੱਕ ਯੋਧਾ ਹੈ, ਸੂਰਮਾ ਹੈ, ਉਹਨਾਂ ਦਾ ਨਾਮ ਹੈ ਜੈਤ ਸੇਠ। ਬੜਾ ਵੱਡਾ ਭਲਵਾਨ ਹੈ ਜੀ ਉਹ ਜੀ। ਹਾਂਜੀ। ਪੋਰਦਾਰ ਗੁਰਪੁਰ ਅਗਾਰੀ। ਤੇ ਗੁਰੂ ਸਾਹਿਬ ਜੀ ਦੀ ਡਿਉੜੀ ਦੇ ਅੱਗੇ ਉਹ ਪਹਿਰਾ ਦਿੰਦੇ ਨੇ ਜੀ। ਹੁਣ ਵੀ ਆਪਾਂ ਵੇਖੀਏ ਹਰਿਮੰਦਰ ਸਾਹਿਬ ਡਿਉੜੀ ਦੇ ਅੱਗੇ ਪਹਿਰੇਦਾਰ ਹੁੰਦੇ ਆ। ਇਸੇ ਤਰ੍ਹਾਂ ਉਹ ਡਿਉੜੀ ਅੱਗੇ ਪਹਿਰਾ ਦਿੰਦਾ ਸੀਗਾ ਜੀ। ਬੜਾ ਯੋਧਾ ਸੀ, ਸੂਰਮਾ ਸੀ, ਬਲੀ ਸੀ। ਨਾਮ ਉਹਦਾ ਸੀ ਜੈਤ ਸੇਠ। ਹਾਂਜੀ। ਸਦਾ ਦਵਾਰ ਪਰ ਰੱਛਾ ਕਰਹੀ। ਸਦਾ ਦਰਵਾਜ਼ੇ ਤੇ ਖਲੋ ਕੇ ਰੱਖਿਆ ਕਰਦੇ ਹੁੰਦੇ ਸੀਗੇ। ਹਾਂਜੀ। ਬਿਨ ਬੂਝੇ ਨਹਿ ਅੰਤਰ ਬਰਹੀ। ਉਹਦਾ ਇੰਨਾ ਪ੍ਰਤਾਪ ਸੀ ਵੀ ਜਿੰਨੇ ਗੁਰੂ ਜੀ ਦੇ ਦਰਸ਼ਨ ਕਰਨ ਜਾਣਾ ਹੁੰਦਾ ਸੀ ਨਾ ਜੀ, ਜਾਂ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਕਰਨ ਜਾਣੇ, ਪਹਿਲਾਂ ਉਹਨੂੰ ਪੁੱਛਦੇ ਹੁੰਦੇ ਸੀਗੇ ਜੀ। ਵਾਹਿਗੁਰੂ ਮਿਹਰ ਕਰੇ ਸੰਗਤ ਜੀ, ਇਹ ਕੁਦਰਤੀ ਪਹਿਰੇਦਾਰ ਦੀ ਕਥਾ ਆ ਗਈ ਅੱਜ। ਤੇ ਅੱਜ ਕੱਲ ਹੁਣ ਤਾਂ ਸਾਨੂੰ ਸਾਰਿਆਂ ਨੂੰ ਹੀ ਪਹਿਰੇਦਾਰ ਬਣਨਾ ਪੈਣਾ, ਗੁਰੂ ਘਰਾਂ ਦੇ ਜੀ ਪਹਿਰੇਦਾਰ ਬਣਨਾ ਪੈਣਾ। ਅੱਜ ਹੀ ਹੁਣੇ ਹੀ ਹਰਿਮੰਦਰ ਸਾਹਿਬ 6:45 ਵਜੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ। ਇੱਕ ਦੁਸ਼ਟ ਜੰਗਲਾ ਪਾਰ ਕਰਕੇ ਗੁਰੂ ਜੀ ਦੇ ਰੁਮਾਲਿਆਂ ਤੇ ਪੈਰ ਰੱਖੇ ਜੀ ਉਹਨੇ ਜੀ ਅੱਜ ਜੀ। ਹਾਂਜੀ। ਤੁਸੀਂ ਅੰਦਾਜ਼ਾ ਲਾਓ ਵੀ ਜੇ ਉੱਥੇ ਪਹੁੰਚ ਸਕਦੇ ਆ ਤੇ ਫਿਰ ਆਮ ਹੋਰ ਥਾਵਾਂ ਦੀ ਤੇ ਗੱਲ ਹੀ ਛੱਡ ਦਈਏ ਜੀ ਆਪਾਂ ਜੀ। ਜੇ ਕੋਈ ਹਰਿਮੰਦਰ ਸਾਹਿਬ ਪਹੁੰਚ ਸਕਦਾ ਹੈ, ਅਜੇ ਕਿ ਉੱਥੇ ਪਹਿਰੇਦਾਰਾਂ ਦੀ ਕਮੀ ਨਹੀਂ ਹੈਗੀ ਜੀ। ਕਿੰਨੇ ਸਿੰਘ ਬਰਸ਼ਿਆਂ ਵਾਲੇ ਵੀ ਖਲੋਤੇ ਜੀ, ਤੇ ਕਿੰਨੇ ਦਰਬਾਰ ਸਾਹਿਬ ਗੁਰੂ ਸਾਹਿਬ ਜੀ ਦੇ ਮਗਰ ਵੀ ਖਲੋਤੇ, ਸਾਹਮਣੇ ਵੀ ਖਲੋਤੇ, ਜੰਗਲੇ ਦੇ ਅੰਦਰ ਵੀ ਸੇਵਾਦਾਰ ਹੈ। ਪਰ ਇਹ ਨਹੀਂ ਵੀ ਕਿਸੇ ਸੇਵਾਦਾਰ ਦਾ ਕਸੂਰ ਹੈ। ਇਹੋ ਜਿਹੇ ਦੁਸ਼ਟ ਆਉਂਦੇ ਹੀ ਬੜੀ ਤਕਨੀਕ ਨਾਲ ਹੈ ਸੰਗਤ ਜੀ। ਆਉਣਗੇ, ਰੋਜ਼ ਆਉਣਗੇ, ਬੜੇ ਚੰਗੇ ਲੱਗਣਗੇ ਵੀ ਇਹ ਤੇ ਬੰਦੇ ਹੀ ਬੜੇ ਪ੍ਰੇਮੀ ਹੈ। ਪਤਾ ਉਦੋਂ ਹੀ ਲੱਗਦਾ ਜਦੋਂ ਇਹ ਬੇਅਦਬੀ ਕਰਦੇ ਨੇ ਜੀ। ਪਤਾ ਉਦੋਂ ਹੀ ਲੱਗਦਾ ਜਦੋਂ ਇਹ ਬੇਅਦਬੀ ਕਰਦੇ। ਕਿਸੇ ਬੰਦੇ ਦਾ ਵੀ ਕਸੂਰ ਨਹੀਂ ਜੀ ਉੱਥੇ। ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਨੇ ਢਿੱਲ ਵਰਤੀ, ਨਹੀਂ, ਉਹ ਆਉਂਦੇ ਹੀ ਇਸ ਹਿਸਾਬ ਦੇ ਨਾਲ ਹੈਗੇ ਜੀ। ਬੰਦਾ ਜੱਜ ਨਹੀਂ ਕਰ ਸਕਦਾ ਜੀ। ਨਾ ਤੇ ਉੱਥੇ ਪਹਿਰੇਦਾਰਾਂ ਦੀ ਕਮੀ ਜੀ, ਨਾ ਸੇਵਾਦਾਰਾਂ ਦੀ ਕਮੀ ਜੀ। ਉੱਥੇ ਵੀ ਇਹ ਗੱਲ ਹੋ ਗਈ ਜੀ। ਬੜੀ ਵੱਡੀ ਮਾੜੀ ਗੱਲ ਹੈ ਜੀ।
ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਹਰ ਸਿੱਖ ਨੂੰ ਹੀ ਪਹਿਰੇਦਾਰ ਬਣਨਾ ਪੈਣਾ, ਸਾਨੂੰ ਸਾਰਿਆਂ ਨੂੰ ਹੀ ਪਹਿਰੇਦਾਰ ਬਣਨਾ ਪੈਣਾ। ਦੁਸ਼ਟ ਬੜੇ ਤੇਜ਼ ਹੈਗੇ ਨੇ ਜੀ, ਇਹ ਦੁਸ਼ਟ ਬਹੁਤ ਤੇਜ਼ ਨੇ। ਹਰ ਗੁਰੂ ਘਰ ਵਿੱਚ ਪਹਿਰੇਦਾਰੀ ਕਰਨੀ ਪੈਣੀ। ਗੁਰੂ ਜੀ ਮੈਨੂੰ ਵੀ ਬਲ ਬਖਸ਼ਣ ਤੇ ਤੁਹਾਨੂੰ ਵੀ ਬਲ ਬਖਸ਼ਣ ਜੀ। ਹਾਂਜੀ, ਆਪਾਂ ਹੁਣ ਸਾਰੇ ਹੀ ਹੰਬਲਾ ਮਾਰ ਕੇ ਆਪੋ ਆਪਣੀ ਜ਼ਿੰਮੇਵਾਰੀ ਸਮਝਿਆ ਕਰੀਏ। ਇਕੱਲੇ ਗ੍ਰੰਥੀ ਸਿੰਘ, ਪਾਠੀ ਸਿੰਘ, ਇਹਨਾਂ ਦੀ ਜ਼ਿੰਮੇਵਾਰੀ ਨਹੀਂ, ਗੁਰੂ ਜੀ ਸਾਡੇ ਸਾਰਿਆਂ ਦੇ ਨੇ ਸੰਗਤ ਜੀ। ਹਾਂਜੀ, ਇਹ ਦੁਸ਼ਟ ਬੜੇ ਤੇਜ਼ ਹੈਗੇ ਜੀ। ਹੁਣ ਕੁਦਰਤੀ ਅੱਜ ਪਹਿਰੇਦਾਰ ਦੀ ਗੱਲ ਆ ਗਈ ਤੇ ਤਾਂ ਇਹ ਗੱਲ ਆਈ ਜੀ। ਭਾਈ ਜੈਤ ਸੇਠ ਜੀ ਬਹੁਤ ਇਮਾਨਦਾਰ ਪਹਿਰੇਦਾਰ ਸੀਗੇ ਜੀ। ਹਾਂਜੀ, ਇੱਕ ਦਿਨ ਬੈਠੇ ਸਹਿਜ ਸੁਭਾਏ। ਇੱਕ ਦਿਨ ਗੁਰੂ ਸਾਹਿਬ ਜੀ ਦੇ ਲਾਗੇ ਬੈਠੇ ਸੀਗੇ, ਸਹਿਜ ਸੁਭਾਅ। ਹਾਂਜੀ, ਸਤਿਗੁਰ ਸੋ ਬੂਝਿਓ ਇਸ ਭਾਏ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਨਾ ਭਾਈ ਜੈਤ ਸੇਠ ਜੀ ਪੁੱਛਣ ਲੱਗੇ, ਕੇਤਿਕ ਕਹਿਤ ਗਿਆਨ ਜਬ ਲਹਾ। ਹੇ ਮਹਾਰਾਜ, ਕਈ ਕਹਿੰਦੇ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਬੰਦੇ ਨੂੰ, ਹਾਂਜੀ, ਤਬੈ ਭਗਤ ਕੋ ਕਰਬੋ ਕਹਾ। ਤੇ ਫਿਰ ਭਗਤੀ ਕਰਨ ਦੀ ਕੀ ਲੋੜ ਹੈਗੀ ਹੈ? ਆਖੋ ਵਾਹਿਗੁਰੂ। ਤੇ ਦੂਜਾ ਅਰਥ ਇਹ ਵੀ ਹੈ ਕਿ ਭਗਤੀ ਦਾ ਕੀ ਭਾਵ ਹੈਗਾ? ਫਿਰ ਭਗਤੀ ਦੀ ਕੀ ਲੋੜ ਰਹਿ ਗਈ ਜਦੋਂ ਗਿਆਨ ਪ੍ਰਾਪਤ ਹੋ ਗਿਆ? ਤੇ ਇੱਕ ਅਰਥ ਇਹ ਵੀ ਹੈ ਕਿ ਜਦੋਂ ਗਿਆਨ ਪ੍ਰਾਪਤ ਹੋ ਗਿਆ ਉਦੋਂ ਭਗਤੀ ਕਰਨੀ ਚਾਹੀਦੀ ਹੈ। ਹਾਂਜੀ, ਪਰ ਆਪਾਂ ਪਹਿਲਾ ਅਰਥ ਲੈ ਲੈਂਦੇ ਹਾਂ। ਭਾਈ ਜੈਤ ਸੇਠ ਜੀ ਗੁਰੂ ਜੀ ਨੂੰ ਕਹਿੰਦੇ ਆ, ਮਹਾਰਾਜ ਜਦੋਂ ਗਿਆਨ ਦੀ ਪ੍ਰਾਪਤੀ ਹੋ ਗਈ ਉਦੋਂ ਭਗਤੀ ਦੀ ਲੋੜ ਨਹੀਂ ਹੈਗੀ। ਮੈਂ ਸੁਣਿਆ, ਚਲੋ ਹਰ ਇੱਕ ਦਾ ਤਜਰਬਾ ਸੰਗਤ ਜੀ, ਇੱਕ ਗੱਲ ਤੇ ਪੱਕੀ ਹੈ, ਇਹਦਾ ਮਤਲਬ ਇਹ ਹੈ ਵੀ ਉਦੋਂ ਗੁਰਸਿੱਖ ਆਪਸ ਵਿੱਚ ਇਹੋ ਜਿਹੀਆਂ ਗੱਲਾਂ ਕਰਦੇ ਨੇ ਜੀ। ਹਾਂਜੀ, ਇਹੋ ਜਿਹੀਆਂ ਗੱਲਾਂ ਕਰਦੇ ਤਾਂ ਹੀ ਉਹਨੇ ਮਹਾਰਾਜ ਨਾਲ ਗੱਲ ਕੀਤੀ ਨਾ ਜੀ। ਹਾਂਜੀ, ਦੇਤ ਗਿਆਨ ਹੀ ਕੇਵਲ ਏਕ। ਮਹਾਰਾਜ ਉਹ ਕਹਿੰਦੇ ਵੀ ਮੁਕਤੀ ਤਾਂ ਗਿਆਨ ਨਹੀਂ ਦੇਣੀ ਹੈ। ਹਾਂਜੀ, ਜਿਸ ਕੇ ਉਪਜਿਓ ਹਿਰਦੇ ਵਿਵੇਕ। ਉਹਦੇ ਨਾਲ ਹੀ ਅੰਦਰ ਗਿਆਨ ਪ੍ਰਾਪਤ ਹੋਣਾ ਹੈ, ਵਿਵੇਕ ਦੀ ਪ੍ਰਾਪਤੀ ਹੋਣੀ ਹੈ। ਹਾਂਜੀ, ਸ਼੍ਰੀ ਮੁਖ ਤੇ ਸ਼ੁਭ ਪੰਥ ਬਤਾਵੇ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਤੁਸੀਂ ਕਿਰਪਾ ਕਰੋ। ਸੰਗਤ ਜੀ ਚੇਤਾ ਰੱਖਿਓ, ਮਹਾਰਾਜ ਨੇ ਹੁਣ ਬਚਨ ਕਰਨੇ ਆ। ਮੈਂ ਕੋਸ਼ਿਸ਼ ਕਰਨੀ ਮਹਾਰਾਜ ਦੀਆਂ ਗੱਲਾਂ 'ਚ ਅਸੀਂ ਆਪਣੀਆਂ ਗੱਲਾਂ ਨਾ ਪਾਈਏ, ਪਰ ਗੱਲ ਤੇ ਸਹੀ ਹੈ ਵੀ ਗਿਆਨ ਨਾਲ ਮੁਕਤੀ ਮਿਲਦੀ ਹੈ, ਪਰ ਅਧੂਰੀ ਜਾਣਕਾਰੀ ਮਾੜੀ ਹੁੰਦੀ ਹੈ ਜੀ। ਕੱਲੀ ਇਸ ਗੱਲ ਨਾਲ ਥੋੜੀ ਗੱਲ ਬਣ ਜਾਣੀ ਵੀ ਗਿਆਨ ਨਾਲ ਮੁਕਤੀ ਪ੍ਰਾਪਤ ਹੋਣੀ ਹੈ। ਗਿਆਨ ਪ੍ਰਾਪਤ ਕਿਵੇਂ ਹੋਣਾ ਜੀ? ਫਿਰ ਜਦੋਂ ਗਿਆਨ ਪ੍ਰਾਪਤ ਹੋ ਗਿਆ ਤੇ ਗਿਆਨ ਨੂੰ ਸਾਂਭ ਕੇ ਕਿਵੇਂ ਰੱਖਣਾ ਜੀ? ਉਹਦੇ ਅਨੁਸਾਰੀ ਕਿਵੇਂ ਹੋਣਾ ਜੀ? ਹਰ ਗੱਲ ਦੀ ਲੋੜ ਹੈਗੀ ਹੈ। ਹੁਣ ਮਹਾਰਾਜ ਉੱਤਰ ਦੇਣਗੇ ਗੁਰੂ ਹਰਗੋਬਿੰਦ ਸਾਹਿਬ। ਹਾਂਜੀ, ਬਿਨਾ ਭਗਤ ਨੇ ਗਿਆਨ ਸੁਹਾਵੇ। ਹਾਂਜੀ, ਜਥਾ ਕ੍ਰਿਤ ਹੈ ਅਤ ਬਲਵਾਨ। ਹਾਂਜੀ, ਭੋਜਨ ਮਿਲੇ ਜੇ ਸਵਾਦ ਮਹਾਨ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਸਿੱਖਾ, ਗੱਲ ਤੇ ਸੱਚੀ ਹੈ ਵੀ ਗਿਆਨ ਨੇ ਮੁਕਤੀ ਦੇਣੀ ਬੰਦੇ ਨੂੰ, ਪਰ ਮਹਾਰਾਜ ਕਹਿੰਦੇ ਇਹ ਗੱਲ ਨਹੀਂ ਠੀਕ ਹੈਗੀ ਵੀ ਗਿਆਨ ਹੋ ਗਿਆ ਤੇ ਭਗਤੀ ਦੀ ਲੋੜ ਨਹੀਂ ਹੈਗੀ ਜੀ। ਇਹ ਗੱਲ ਗਲਤ ਹੈਗੀ ਹੈ। ਕਿਵੇਂ ਜੀ? ਹੁਣ ਸੁਣਿਓ, ਮਹਾਰਾਜ ਪ੍ਰਮਾਣ ਦਿੰਦੇ ਆ, ਬਿਨਾ ਭਗਤ ਨਹਿ ਗਿਆਨ ਸੁਹਾਵੈ। ਗਿਆਨ ਹੈ ਪਰ ਵਾਹਿਗੁਰੂ ਵਾਹਿਗੁਰੂ ਨਹੀਂ ਜਪਦਾ, ਉਹ ਗਿਆਨ ਚੰਗਾ ਨਹੀਂ ਹੈਗਾ। ਮਹਾਰਾਜ ਕਹਿਣ ਲੱਗੇ ਉਹ ਗਿਆਨ ਵਧੀਆ ਨਹੀਂ ਹੈਗਾ, ਸ਼ੋਭਦਾ ਨਹੀਂ ਹੈ। ਜਿਵੇਂ ਦੇਸੀ ਘਿਓ ਬੰਦੇ ਨੂੰ ਬਲਵਾਨ ਕਰਦਾ ਜੀ, ਜਥਾਕ੍ਰਿਤ ਹੈ ਅਤ ਬਲਵਾਨ। ਦੇਸੀ ਘਿਓ ਤਾਕਤ ਪੈਦਾ ਕਰਦਾ ਸਰੀਰ 'ਚ। ਹਾਂਜੀ, ਪਰ ਭੋਜਨ ਮਿਲਹਿ ਜੇ ਸਵਾਦ ਮਹਾਨ। ਦੇਸੀ ਘਿਓ ਵੀ ਭੋਜਨ ਨਾਲ ਹੀ ਚੰਗਾ ਲੱਗਦਾ ਜੀ।
ਆਖੋ ਸ੍ਰੀ ਸਿੱਧਾ ਦੇਸੀ ਘਿਓ ਪੀਓ ਹਾਂ ਭਲਾ, ਹੋਰ ਹੀ ਤਰ੍ਹਾਂ ਦਾ ਲੱਗਦਾ ਸੰਗਤ ਜੀ। ਮਹਾਰਾਜ ਕਹਿੰਦੇ ਦੇਸੀ ਘਿਓ ਵੀ ਜਿਹੜਾ ਹੈ ਨਾ ਉਹ ਪਦਾਰਥਾਂ ਨਾਲ ਹੀ ਚੰਗਾ ਲੱਗਦਾ। ਹਾਂਜੀ। ਕਾਫੀ ਜੇ ਕ੍ਰਿਤ ਪਾਨ ਕੋ ਕਰੈ। ਹੁਣ ਜਿਹਦੇ ਅੰਦਰ ਰੇਸ਼ਾ ਜੀ ਬੜਾ, ਉਹ ਸਿੱਧਾ ਹੀ ਦੇਸੀ ਘਿਓ ਛਕੇ ਜੀ, ਚਮਚ ਲਵੇ ਤੇ ਦੇਸੀ ਘਿਓ ਛਕੇ, ਹਾਂ, ਜਾਂ ਦੇਸੀ ਘਿਓ ਸਿੱਧਾ ਹੀ ਪੀਵੇ ਪਤਲਾ ਕਰਕੇ ਗਰਮ ਕਰਕੇ। ਹਾਂਜੀ। ਛਾਤੀ ਬੋਝ ਰੋਗ ਸੋ ਧਰੈ। ਮਹਾਰਾਜ ਕਹਿਣ ਲੱਗੇ ਦੇਸੀ ਘਿਓ ਤੇ ਉਹੋ ਹੀ ਹੈ, ਪਰ ਰੇਸ਼ੇ ਵਾਲਾ ਬੰਦਾ ਸਿੱਧਾ ਹੀ ਖਾਏਗਾ ਨਾ, ਉਹਦੀ ਛਾਤੀ ਤੇ ਬੋਝ ਪਵੇਗਾ ਜੀ, ਉਹਦੀ ਛਾਤੀ ਤੇ ਬੋਝ ਪਏਗਾ। ਵੇਖੋ ਇਹ ਭਲਵਾਨ ਹੈ ਨਾ, ਤੇ ਮਹਾਰਾਜ ਦੇਸੀ ਘਿਓ ਵਾਲੀ ਉਦਾਹਰਣ ਦੇਂਦਾ ਇਹਨੂੰ ਜੀ। ਹਾਂਜੀ। ਫੀਕਾ ਬਦਨ ਰਹਿ ਦਿਨ ਰਾਤ। ਹਾਂਜੀ। ਖਾਂਸੀ ਹੋਤ ਆਹਾਰ ਨਾ ਖਾਤ। ਉਹਦਾ ਮੁਖ ਸੁੱਕਣ ਲੱਗ ਪਏਗਾ, ਖੰਘ ਆਉਣ ਲੱਗ ਪਏਗੀ, ਤੇ ਮਹਾਰਾਜ ਕਹਿੰਦੇ ਪ੍ਰਸ਼ਾਦਾ ਨਹੀਂ ਛਕਿਆ ਜਾਣਾ ਜੀ। ਹੈ ਤੇ ਘਿਓ ਹੀ ਹੈ ਨਾ ਜੀ, ਪਰ ਕਫ ਦਾ ਰੋਗੀ ਖਾ ਲੇ, ਰੇਸ਼ੇ ਵਾਲਾ ਖਾ ਲੇ, ਕੋਲਡ ਵਾਲਾ ਸਿੱਧਾ ਹੀ ਦੇਸੀ ਘਿਓ ਖਾਈ ਜਾਵੇ, ਉਹ ਦੇਸੀ ਘਿਓ ਵੀ ਨੁਕਸਾਨ ਕਰ ਦਿੰਦਾ ਜੀ। ਉਹ ਦੇਸੀ ਘਿਓ ਜਿਹਦੇ ਖਾਣ ਨਾਲ ਤਾਕਤ ਆਉਣੀ ਹੈ, ਉਹ ਦੇਸੀ ਘਿਓ ਖਾਣ ਨਾਲ ਕੰਮ ਖਰਾਬ ਹੋ ਜਾਂਦਾ ਜੀ। ਹਾਂਜੀ। ਜੇ ਸੁਭਾਉ ਤਨ ਪੇਤੀ ਹੋਏ। ਹੁਣ ਜੇ ਕਿਸੇ ਅੰਦਰ ਪਿੱਤ ਦਾ ਨੁਕਸ ਹੈ, ਭਾਵ ਕਿਸੇ ਦਾ ਸਰੀਰ ਗਰਮੀ ਵਾਲਾ, ਮਹਾਰਾਜ ਕਹਿੰਦੇ ਹਾਂਜੀ, ਪੀਵਹਿ ਨਿਰੋ ਕ੍ਰਿਤ ਜੇ ਸੋਏ। ਇੱਕ ਤੇ ਸਰੀਰ ਦੇ ਵਿੱਚ ਗਰਮੀ, ਮਹਾਰਾਜ ਕਹਿਣ ਲੱਗੇ ਉਤੋਂ ਦੇਸੀ ਘਿਓ ਗਰਮ ਕਰਕੇ ਗਲਾਸ 'ਚ ਪਾ ਕੇ ਕੋਈ ਪੀ ਜਾਵੇ। ਹਾਂਜੀ। ਤਿਨ ਕੋ ਲੱਗਹਿ ਅਧਿਕ ਅਤਸਾਰ। ਤੇ ਮਹਾਰਾਜ ਕਹਿਣ ਲੱਗੇ ਫਿਰ ਉਹਨੂੰ ਦਸਤ ਲੱਗਣਗੇ। ਗੱਲ ਵੀ ਸੱਚੀ ਹੈ ਜੀ। ਜੇ ਗਰਮੀ ਵਾਲਾ ਬੰਦਾ ਦੇਸੀ ਘਿਓ ਛਕੇ ਸਿੱਧਾ ਹੀ, ਉਹਨੂੰ ਦਸਤ ਲੱਗ ਜਾਣਗੇ। ਹਾਂਜੀ। ਉਪਜਹਿ ਤਨ ਮੈਂ ਰੋਗ ਬੇਕਾਰ। ਅੰਦਰ ਗਰਮੀ ਪੈਦਾ ਹੋਣੀ, ਹੋਰ ਵਿਕਾਰੀ ਹੋਣਾ ਜੀ, ਕਾਮ ਵਾਸ਼ਨਾ ਵੱਲ ਧਿਆਨ ਜਾਣਾ ਜੀ। ਹੁਣ ਘਿਓ ਤਾਂ ਉਹੋ ਹੀ ਹੈ, ਪਰ ਖਾਣ ਦਾ ਤਰੀਕਾ ਨਹੀਂ ਆਇਆ ਜੀ, ਨਿਰਾ ਘਿਓ ਨਹੀਂ ਸੂਤ ਆਉਂਦਾ ਜੀ। ਹਾਂਜੀ। ਜੇ ਮਿਲਾਏ ਮਿਸਰੀ ਸੋ ਖਾਏ। ਪਰ ਮਹਾਰਾਜ ਕਹਿੰਦੇ ਉਹ ਘਿਓ ਨੂੰ ਮਿਸ਼ਰੀ ਵਿੱਚ ਮਿਲਾ ਕੇ ਬੰਦਾ ਖਾਵੇ ਜੀ। ਹਾਂਜੀ। ਦੂਹੂ ਅਨ ਕੇ ਤਨ ਸੁਖ ਉਪਜਾਏ। ਤੇ ਦੋਹੂ ਅਨ ਕੇ ਤਨ ਸੁਖ ਪੁਜਾਏ। ਉਹ ਜਿਹਨੂੰ ਰੇਸ਼ਾ ਹੋਇਆ ਜਾਂ ਜਿਹਦੇ ਸਰੀਰ 'ਚ ਗਰਮੀ ਹੈ, ਦੋਵਾਂ ਦੇ ਸਰੀਰ ਨੂੰ ਸੁੱਖ ਮਿਲੇਗਾ ਜੀ। ਹਾਂਜੀ। ਤਥਾ ਗਿਆਨ ਜਹ ਏਕੈ ਹੋਏ। ਇਸੇ ਤਰ੍ਹਾਂ ਗਿਆਨ ਦੀ ਖੇਡ ਹੈ। ਸਮਝੋ ਵੀ ਦੇਸੀ ਘਿਓ ਜਿਵੇਂ ਹੈ, ਉਵੇਂ ਗਿਆਨ ਹੈ, ਮਹਾਰਾਜ ਕਹਿਣ ਲੱਗੇ। ਹਾਂਜੀ। ਅਹੰ ਬ੍ਰਹਮ ਕਹਿ ਸੁਪੈ ਨਾ ਸੋਏ। ਨਾਮ ਤੇ ਜਪੇ ਨਾ ਤੇ ਸਮਝ ਆ ਜੇ ਵੀ ਮੈਂ ਰੱਬ, ਮੈਂ ਰੱਬ ਦੀ ਅੰਸ਼ ਹੈ। ਆਖੇ ਮੈਂ ਹੀ ਬ੍ਰਹਮ ਹਾਂ, ਮੈਂ ਹੀ ਰੱਬ ਹਾਂ, ਮਹਾਰਾਜ ਕਹਿੰਦੇ ਫੱਬਦੀ ਨਹੀਂ ਗੱਲ। ਤੇ ਜੇ ਗਿਆਨਵਾਨ ਪੁਰਸ਼ ਕਰੇ ਚੰਗੇ ਕੰਮ ਤੇ ਜਪੇ ਨਾਮ, ਉਹਨੂੰ ਲੋਕ ਕਹਿੰਦੇ ਰੱਬ ਦਾ ਹੀ ਰੂਪ ਹੈ, ਕਹਿੰਦੇ ਨਾ ਜੀ। ਤੇ ਮਹਾਰਾਜ ਕਹਿੰਦੇ ਗਿਆਨ ਹੋ ਗਿਆ, ਪਤਾ ਲੱਗ ਗਿਆ ਵੀ ਮੈਂ ਅੰਦਰ ਜਿਹੜਾ ਬੈਠਾ ਇਹ ਪਰਮੇਸ਼ਰ ਦੀ ਅੰਸ਼ ਹੈਗੀ ਜੀ। ਤੇ ਬੰਦਾ ਆਖੇ ਮੈਂ ਰੱਬ ਹਾਂ ਜੀ, ਤੇ ਫਿਰ ਗੱਲ ਥੋੜੀ ਬਣਨੀ। ਹਾਂਜੀ। ਸੁਨ ਬਿਹਾਰ ਬਿਗਰ ਬਹੁ ਜਾਏ। ਹੁਣ ਇੱਥੇ ਆ ਕੇ ਮੈਂ ਵੀ ਉਹ ਤੁਹਾਨੂੰ ਸਟੇਜ ਤੇ ਕਹਾਂ ਮੈਂ ਰੱਬ ਹੈਗਾ, ਮੈਨੂੰ ਮੰਨਿਆ ਕਰੋ, ਤੇ ਤੁਸੀਂ ਕਹਿਣਾ ਇਹਦਾ ਦਿਮਾਗ ਖਰਾਬ ਹੋ ਗਿਆ। ਸੁਣਨ ਵਾਲਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਗੁੱਸਾ ਲੱਗਦਾ। ਹਾਂਜੀ। ਪਰੈ ਨਰਕ ਨੈ ਸੁਰਗ ਲਖਾਏ। ਇਹੋ ਜਿਹਾ ਬੰਦਾ ਨਰਕਾਂ 'ਚ ਪੈਂਦਾ, ਨਰਕਾਂ 'ਚ ਆਪੇ ਹੀ ਆਪਣੇ ਆਪ ਨੂੰ ਰੱਬ ਆਖੀ ਜਾਣਾ। ਵੇਖੋ ਨਾ ਜੀ, ਆਖਿਆ ਜੀ, ਪਰ ਕਿਸੇ ਤਰੀਕੇ ਨਾਲ ਆਖਿਆ। ਉਹ ਬੰਦਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈਗੀ ਜੀ। ਭਗਤ ਕਬੀਰ ਜੀ ਕਹਿੰਦੇ ਤੂੰ ਕਰਤਾ ਤੂੰ ਹੁਆ ਮੁਝ ਮੇਂ
रहा नाहू जब आपा पर का मिट गया जत देखा तत तू। ਬਾਣੀ ਦਰਜ ਹੈ। ਤੋ ਜਿਹੜੇ ਚਾਰ ਭਗਤ ਆਏ ਸਨ, ਭਗਤ ਪੀਲੂ ਜੀ, ਕਾन्हा ਜੀ, ਛੱਜੂ ਜੀ, ਸ਼ਾਹ ਹੁਸੈਨ ਜੀ, ਮਹਾਰਾਜ ਨੂੰ ਕਹਿੰਦੇ ਮਹਾਰਾਜ ਸਾਡੀ ਵੀ ਬਾਣੀ ਲਿਖੋ। ਗੁਰੂ ਅਰਜਨ ਸਾਹਿਬ ਕਹਿੰਦੇ ਸੁਣਾਓ। ਤੇ ਇੱਕ ਭਗਤ ਜੀ ਬੋਲੇ, ਕਹਿੰਦੇ ਮੈਂ ਉਹੀ ਰੇ, ਮੈਂ ਉਹੀ ਰੇ, ਭਾਵ ਮੈਂ ਹੀ ਰੱਬ ਹਾਂ, ਮੈਂ ਉਹੀ ਰੇ ਜਿਹਨੂੰ ਸਾਰੇ ਲੱਭ ਰਹੇ ਨੇ। ਮਹਾਰਾਜ ਕਹਿੰਦੇ ਨਹੀਂ, ਇਹ ਬੋਲ ਸਹੀ ਨਹੀਂ ਹੈਗੇ। ਆਖੋ ਸ੍ਰੀ। ਮਹਾਰਾਜ ਕਹਿੰਦੇ ਐਸੇ ਬੰਦੇ ਤਾਂ ਫਿਰ ਸਿੱਧਾ ਹੀ ਨਰਕਾਂ ਵੱਲ ਨੂੰ ਜਾਂਦੇ ਆ। ਹਾਂਜੀ। ਜੇ ਹੰਕਾਰੀ ਨਰ ਉਰ ਧਰੈ। ਜੇ ਹੰਕਾਰੀ ਬੰਦਾ ਇਹੋ ਜਿਹੀਆਂ ਗੱਲਾਂ ਯਾਦ ਕਰ ਲਵੇ, ਅਨੁਭਵ ਨਹੀਂ ਹੈਗਾ, ਯਾਦ ਕਰ ਲਵੇ। ਹਾਂਜੀ। ਆਪਨ ਆਪ ਕੋ ਵੱਡੋ ਵਿਚਾਰੈ। ਤੇ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪਵੇ ਵੀ ਮੈਂ ਬਹੁਤ ਵੱਡਾ ਹੈਗਾ, ਮੈਂ ਬਹੁਤ ਸਿਆਣਾ ਹੈਗਾ। ਹਾਂਜੀ। ਨਹਿ ਸਤ ਸੰਗਤ ਸੇਵਾ ਕਰੈ। ਨਾ ਤੇ ਸਤ ਸੰਗਤ ਦੀ ਸੇਵਾ ਹੀ ਕਰਦਾ ਜੀ ਉਹ। ਹਾਂਜੀ। ਕਈ ਬੰਦੇ ਮੈਂ ਵੇਖੇ ਜੀ ਪਹਿਲਾਂ ਬੜੀ ਸੇਵਾ ਕਰਦੇ, ਪਰ ਜਦੋਂ ਥੋੜੀ ਜਿਹੀ ਸਮਝ ਪੈਂਦੀ ਤਾਂ ਸੇਵਾ ਕਰਨੀ ਛੱਡ ਦਿੰਦੇ ਆ ਜੀ। ਇੱਕ ਦੇ ਮੂੰਹੋਂ ਤਾਂ ਮੈਂ ਆਪ ਸੁਣਿਆ, ਕਹਿੰਦਾ ਜੀ ਹੁਣ ਸੇਵਾ ਨਹੀਂ ਅਸੀਂ ਕਰ ਸਕਦੇ। ਆਖੋ ਵਾਹਿਗੁਰੂ। ਮੈਂ ਕਮਾਲ ਦੀ ਗੱਲ ਹੈਗੀ ਆ। ਹਾਂਜੀ। ਨਮਰਤਾ ਨਾ ਕਿਸ ਆਗੇ ਧਰੈ। ਮਹਾਰਾਜ ਕਹਿੰਦੇ ਨਾ ਸੇਵਾ ਕਰੇ, ਨਾ ਨਿਮਰਤਾ ਹੀ ਰੱਖੇ। ਛਾਤੀ ਬੋਝ ਰੋਗ ਇਹ ਹੋਏ। ਤੇ ਸਮਝ ਲਓ ਵੀ ਜਿਵੇਂ ਕਫ ਵਾਲੇ ਨੇ ਘਿਓ ਖਾਧਾ ਤੇ ਉਹਦੀ ਛਾਤੀ ਤੇ ਬੋਝ ਪੈ ਗਿਆ। ਇਸੇ ਤਰ੍ਹਾਂ ਹੈ ਤੇ ਅੰਦਰ ਹਉਮੈ ਦਾ ਰੋਗ ਹੈ, ਉਤੋਂ ਗਿਆਨ ਇਕੱਠਾ ਕਰ ਲਿਆ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹਦੀ ਵੀ ਛਾਤੀ ਤੇ ਬੋਝ ਹੀ ਪੈ ਜਾਂਦਾ ਜੀ। ਚਲੋ ਘਿਓ ਖਾ ਕੇ ਬੋਝ ਵਾਲੇ ਤਾਂ ਥੋੜੇ ਹੋਣਗੇ, ਪਰ ਇਹੋ ਜਿਹੇ ਬੋਝੀ ਤੁਹਾਨੂੰ ਬੜੇ ਮਿਲਣਗੇ ਜੀ। ਹਾਂਜੀ। ਨਰਕ ਪਰਹਿ ਲੈ ਸੰਕਟ ਸੋਏ। ਸੱਚੇ ਪਾਤਸ਼ਾਹ ਕਹਿੰਦੇ ਸਿੱਧਾ ਹੀ ਨਰਕਾਂ ਵਿੱਚ, ਸਿੱਧਾ ਹੀ ਨਰਕਾਂ 'ਚ। ਅਨੁਭਵ ਤਾਂ ਕੁਝ ਵੀ ਨਹੀਂ, ਸੁਣ ਸੁਣਾ ਕੇ ਗਿਆਨ ਇਕੱਠਾ ਕਰ ਲਿਆ, ਸਿੱਧਾ ਹੀ ਨਰਕਾਂ ਨੂੰ ਜੀ। ਹਾਂਜੀ। ਹੁਣ ਇਹ ਸੀ ਵੀ ਪਹਿਲੀ ਗੱਲ ਜੀ, ਸੁਣ ਸੁਣਾਣ ਕੇ ਗਿਆਨ ਇਕੱਠਾ ਕਰ ਲਿਆ, ਆਪਣੇ ਆਪ ਨੂੰ ਰੱਬ ਸਮਝਣ ਲੱਗ ਪਿਆ, ਉਹ ਗਲਤ ਹੈ। ਆਪਣੇ ਆਪ ਨੂੰ ਗਿਆਨੀ ਸਮਝਣ ਲੱਗ ਪਿਆ, ਉਹ ਗਲਤ ਹੈ। ਭਾਈ ਵੀਰ ਸਿੰਘ ਜੀ ਇੱਕ ਰੁਬਾਈ ਲਿਖਦੇ ਆ, ਧਿਆਨ ਨਾਲ ਸੁਣਿਓ, ਸਾਡੇ ਮਨ ਦੀ ਹਾਲਤ ਹੈ। ਕਹਿੰਦੇ ਆ ਸਿਰ ਕੱਚ ਕੌਲ ਬਣਾ ਹੱਥ ਲੀਤਾ ਪੜਿਆਂ ਦੁਆਰੇ ਫਿਰਿਆ। ਆਪਣੇ ਸਿਰ ਨੂੰ ਕਹਿੰਦੇ ਦਿਮਾਗ ਨੂੰ ਮੈਂ ਕੱਚ ਦਾ ਕੌਲਾ ਬਣਾ ਲਿਆ। ਬੜੇ ਵਿਦਵਾਨਾਂ ਦੇ ਦੁਆਰਿਆਂ ਤੇ ਗਿਆ, ਸਿਰ ਕੱਚ ਕੌਲ ਬਣਾ ਹੱਥ ਲੀਤਾ ਪੜਿਆਂ ਦੁਆਰੇ ਫਿਰਿਆ, ਮੰਗ ਮੰਗ ਕੇ ਟੁਕੜੇ ਪਾਏ ਤੁੰਨ ਤੁੰਨ ਕੇ ਇਹ ਭਰਿਆ। ਇਧਰੋਂ ਗਿਆਨ ਮੰਗ ਲਿਆ, ਇਧਰੋਂ ਮੰਗ ਲਿਆ, ਬਹੁਤ ਕੁਝ ਯਾਦ ਕਰ ਲਿਆ। ਭਰਿਆ ਦੇਖ ਕੇ ਆਫਰਿਆ ਮੈਂ ਸਾਂ, ਜਾਣਾ ਪੰਡਿਤ ਹੋਆ। ਮੈਂ ਵੇਖਿਆ ਵੀ ਹੁਣ ਤਾਂ ਮੈਂ ਸਿਆਣਾ ਵਿਦਵਾਨ ਬਣ ਗਿਆ, ਤੇ ਪੈਰ ਨਾ ਟਿਕੇ ਜਮੀ ਤੇ ਮੇਰਾ, ਉੱਚਾ ਹੋ ਟੁਰਿਆ। ਧਰਤੀ ਤੇ ਪੈਰ ਨਹੀਂ ਟਿਕਦਾ, ਮੈਂ ਸਮਝਦਾ ਮੈਂ ਬੜਾ ਹੀ ਵੱਡਾ ਹੋ ਗਿਆ। ਬੋਝ ਪੈ ਗਿਆ ਨਾ ਅੰਦਰ ਗਿਆਨ ਦਾ। ਕਹਿੰਦੇ ਇੱਕ ਦਿਨ ਇਹ ਕੱਚ ਕੌਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ। ਇਹੋ ਹੀ ਮੈਂ ਆਪਣੀ ਬੁੱਧੀ ਦਿਮਾਗ ਆਪਣੇ ਸਤਿਗੁਰੂ ਦੇ ਮੁਰਸ਼ਦ ਦੇ ਸਾਹਮਣੇ ਖੜਿਆ, ਉਹਦੇ ਅੱਗੇ ਰੱਖਿਆ, ਉਹਦੇ ਅੱਗੇ ਗਿਆਨ ਸੁਣਾਇਆ। ਉਹਨੇ ਪਤਾ ਵੇਖ ਕੇ ਕੀ ਕਿਹਾ? ਉਹਨੇ ਕਿਹਾ ਇਹ ਗਿਆਨ ਬਾਹਰੋਂ ਇਕੱਠਾ ਕੀਤਾ, ਇਹ ਗਿਆਨ ਇਹਦੇ ਅੰਦਰੋਂ ਨਹੀਂ ਪੈਦਾ ਹੋਇਆ। ਉਹਨੇ ਕਿਹਾ ਝੂਠ ਝੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਮੈਂ ਤਾਂ ਏਦਾਂ ਕੌਲਾ ਅੱਗੇ ਰੱਖਿਆ, ਵੇਖੋ ਗਿਆਨ ਆਪਣਾ ਦਿਮਾਗ ਅੱਗੇ ਰੱਖਿਆ, ਉਹਨੇ ਮੁੱਦਾ ਕਰਤਾ, ਕਹਿੰਦਾ ਸਭ ਝੂਠ ਭਰੀ ਹੈ।
ਮਲ ਮਲ ਕੇ ਧੋਤਾ ਇਸ ਨੂੰ ਮੈਲ ਇਲਮ ਦੀ ਲਾਈ। ਫਿਰ ਸੇਵਾ ਤੇ ਸਿਮਰਨ ਨਾਲ ਮਲ ਮਲ ਕੇ ਮੇਰੇ ਇਸ ਦਿਮਾਗ ਰੂਪੀ ਕੌਲੇ ਨੂੰ ਧੋਤਾ। ਕਹਿੰਦੇ ਫਿਰ ਵੇਖੋ ਇਹ ਕੱਚ ਕੌਲ ਲਿਸ਼ਕਿਆ ਕਮਲ ਵਾਂਗ ਫਿਰ ਖਿੜਿਆ। ਕਹਿੰਦੇ ਮੇਰੇ ਮੁਰਸ਼ਿਦ ਨੇ ਮਿਹਰ ਕੀਤੀ, ਜਿਹੜਾ ਹੰਕਾਰੀ ਸਾ ਮੈਨੂੰ ਬੜਾ ਗਿਆਨ ਹੋ ਗਿਆ, ਮੇਰੇ ਗੁਰੂ ਨੇ ਮੇਰੇ ਤੇ ਮਿਹਰ ਕਰਕੇ ਮੈਨੂੰ ਸਿੱਧੇ ਬੰਨੇ ਤੋਰ ਦਿੱਤਾ। ਆਖੋ ਸ੍ਰੀ ਮਹਾਰਾਜ ਕਹਿੰਦੇ ਨਿਰੇ ਗਿਆਨ ਦੀ ਗੱਲ ਨਹੀਂ ਹੈ। ਹੁਣ ਵੇਖੋ ਨਾ ਜੀ, ਗ੍ਰੰਥਾਂ 'ਚ ਬੜਾ ਗਿਆਨ ਹੈ, ਪੜ੍ਹ ਪੜ੍ਹ ਕੇ ਮੇਰੇ ਵਰਗੇ ਯਾਦ ਕਰ ਲੈਂਦੇ, ਤੁਹਾਨੂੰ ਸੁਣਾਉਣ ਲਈ ਕਮਾਉਂਦੇ ਨਹੀਂ ਹੈ। ਮਹਾਰਾਜ ਕਹਿੰਦੇ ਗੱਲ ਨਹੀਂ ਬਣਦੀ, ਇੰਝ ਹੈ ਜਿਵੇਂ ਛਾਤੀ ਤੇ ਬੋਝ ਪੈ ਗਿਆ। ਤੇ ਚੇਤਾ ਰੱਖਿਓ, ਆਮ ਬੰਦੇ ਨੂੰ ਸਮਝਾਉਣਾ ਸੌਖਾ, ਗਿਆਨੀ ਪੁਰਸ਼ ਨੂੰ ਸਮਝਾਉਣਾ ਬੜਾ ਔਖਾ ਜੀ। ਉਹ ਨਹੀਂ ਛੇਤੀ ਸਮਝਦਾ ਜੀ। ਹਾਂਜੀ। ਜੇ ਵਿਸ਼ਈ ਸੁਨ ਕੇਵਲ ਗਿਆਨ, ਭੋਗੈ ਨਾਰ ਬਿਰਾਨੀ ਜਾਨ। ਹਾਂਜੀ। ਇਤਿਆਦਿਕ ਵਿਸ਼ਯਨ ਲੱਗ ਜਾਏ। ਮਹਾਰਾਜ ਕਹਿੰਦੇ ਵਿਸ਼ਈ ਬੰਦਾ, ਵਕਾਰੀ ਬੰਦਾ, ਉਹਨੂੰ ਮੈਂ ਵੇਖਿਆ ਜੀ, ਬੜੇ ਬੜੇ ਵਕਾਰੀ ਬੰਦਿਆਂ ਨੇ ਬੜੀਆਂ ਪੰਗਤੀਆਂ ਯਾਦ ਕੀਤੀਆਂ ਗੁਰਬਾਣੀ ਦੀਆਂ ਜੀ, ਪਰ ਵਕਾਰ ਵੀ ਕਰਦੇ ਆ ਜੀ। ਮਹਾਰਾਜ ਕਹਿੰਦੇ ਉਹ ਫਿਰ ਪਾਪ ਕਰਦੇ ਆ, ਕਿਉਂ? ਯਾਦ ਕਰ ਲਈਆਂ ਗੱਲਾਂ ਪਰ ਨਾਮ ਨਹੀਂ ਜਪਿਆ ਜੀ। ਹਾਂਜੀ। ਅਤੀ ਸਾਰ ਸਮ ਨਰਕ ਸੋ ਪਾਏ। ਮਹਾਰਾਜ ਕਹਿੰਦੇ ਫਿਰ ਜਿਵੇਂ ਦਸਤ ਲੱਗਦੇ ਆ ਨਾ, ਉਹ ਵੀ ਉਂਝ ਨਰਕਾਂ ਦਾ ਹੀ ਦੁੱਖ ਪਾਉਂਦੇ ਆ। ਹਾਂਜੀ। ਜਾਂ ਤੇ ਭਗਤ ਸੰਗ ਬ੍ਰਹਮ ਗਿਆਨ। ਘਿਓ ਉਦੋਂ ਹੀ ਸੁਖਦਾਈ ਹੁੰਦਾ ਜਦੋਂ ਕਿਸੇ ਚੀਜ਼ 'ਚ ਰਲਾ ਕੇ ਖਾਧਾ ਜਾਵੇ। ਹਾਂਜੀ। ਕਈ ਖਿਚੜੀ 'ਚ ਛਕ ਲੈਂਦੇ, ਕਈ ਸਬਜ਼ੀ 'ਚ ਛਕ ਲੈਂਦੇ, ਕਈ ਪ੍ਰਸ਼ਾਦੇ ਨਾਲ ਛਕ ਲੈਂਦੇ ਆ, ਕਈ ਮਿਸ਼ਰੀ ਨਾਲ ਰਲਾ ਕੇ ਘਿਓ ਛਕਦੇ ਆ। ਉਦੋਂ ਹੀ ਘਿਓ ਲਾਭਕਾਰੀ ਹੈ ਜਦੋਂ ਕਿਸੇ ਚੀਜ਼ ਨਾਲ ਰਲਾ ਕੇ ਖਾਧਾ ਜਾਵੇ। ਹੈ ਤੇ ਘਿਓ ਤਾਕਤ ਦਿੰਦਾ, ਗਿਆਨ ਵੀ ਮਹਾਰਾਜ ਕਹਿੰਦੇ ਬੜੀ ਚੰਗੀ ਗੱਲ ਹੈ, ਪਰ ਗਿਆਨ ਉਦੋਂ ਹੀ ਲਾਭਕਾਰੀ ਜੇ ਨਾਲ ਭਗਤੀ ਹੋਵੇ। ਹਾਂਜੀ। ਸਭ ਹਿਨ ਕੀ ਕਰਤਾ ਕਲਿਆਣ। ਫਿਰ ਬੰਦਾ ਸਾਰਿਆਂ ਦੀ ਕਲਿਆਣ ਕਰਦਾ, ਸਭ ਦਾ ਭਲਾ ਕਰਦਾ ਜੀ। ਹਾਂਜੀ। ਸ਼ੋਭੈ ਮੁਖ ਤੇ ਕੈ ਪ੍ਰਭ ਦਾਸ। ਹਾਂਜੀ। ਗਿਆਨ ਅਹੰ ਬ੍ਰਹਮ ਹਿਰਦੇ ਪ੍ਰਕਾਸ਼। ਐਸਾ ਬੰਦਾ ਫਿਰ ਸਿੱਧਾ ਨਹੀਂ ਕਹਿੰਦਾ ਵੀ ਮੈਂ ਰੱਬ ਹਾਂ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹ ਅੰਦਰੋਂ ਅਵਸਥਾ ਰੱਬ ਵਾਲੀ ਹੁੰਦੀ ਹੈ, ਬਾਹਰੋਂ ਕਹਿੰਦਾ ਮੈਂ ਤਾਂ ਨੌਕਰ ਹੈਗਾ ਜੀ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਲੋ ਸਾਖੀ ਸੁਣ ਲਓ ਇੱਕ ਇਸ ਗੱਲ ਦੇ ਸੰਬੰਧ 'ਚ। ਅੰਦਰੋਂ ਅਵਸਥਾ ਰੱਬ ਵਾਲੀ, ਬਾਹਰੋਂ ਦਾਸ ਬਣ ਕੇ ਰਹਿਣਾ ਜੀ। ਪਿਪਲੀ ਸਾਹਿਬ ਦੀ ਸਾਖੀ ਤੁਸੀਂ ਬੜੀ ਵਾਰੀ ਸੁਣੀ ਹੈ। ਸੰਗਤਾਂ ਆ ਗਈਆਂ, ਮਹਾਰਾਜ ਰਾਤ ਮਾਤਾ ਗੰਗਾ ਜੀ ਨੂੰ ਲੈ ਕੇ ਗਏ, ਪ੍ਰਸ਼ਾਦਾ ਛਕਾਇਆ, ਪੱਖਾ ਚੱਲਦੇ ਰਹੇ ਰਾਤ, ਕਈਆਂ ਦੀਆਂ ਲੱਤਾਂ ਵੀ ਘੁੱਟੀਆਂ, ਮੁੱਠੀ ਚਾਪੀ ਵੀ ਕੀਤੀ। ਸਵੇਰੇ ਸੰਗਤਾਂ ਕਹਿੰਦੀਆਂ ਨੌਜਵਾਨਾਂ ਅਸੀਂ ਮਹਾਰਾਜ ਦੇ ਦਰਸ਼ਨ ਕਰਨ ਜਾਣੇ ਆ ਤੇ ਤੂੰ ਸਾਨੂੰ ਦਰਸ਼ਨ ਕਰਾ ਲਿਆ। ਉਹਨਾਂ ਪਹਿਲਾਂ ਕਦੀ ਦਰਸ਼ਨ ਨਹੀਂ ਸੀ ਕੀਤੇ, ਉਹਨਾਂ ਨੂੰ ਇਹ ਨਹੀਂ ਸੀ ਪਤਾ ਇਹੋ ਹੀ ਗੁਰੂ ਅਰਜਨ ਦੇਵ ਹਨ, ਪਤਾ ਨਹੀਂ ਸੀ ਉਹਨਾਂ ਨੂੰ। ਉਹ ਮਹਾਰਾਜ ਲੈ ਗਏ ਉਹਨਾਂ ਨੂੰ, ਕਹਿੰਦੇ ਪੁਰਸ਼ਾ ਸਾਡੇ ਜੋੜਿਆਂ ਤੇ ਖਲੋ ਕੇ ਪਹਿਰਾ ਦੇ, ਅਸੀਂ ਦਰਸ਼ਨ ਕਰ ਆਈਏ। ਇਹ ਨਹੀਂ ਪਤਾ ਵੀ ਇਹੋ ਹੀ ਨੇ। ਮਹਾਰਾਜ ਬਾਹਰ ਖਲੋ ਗਏ, ਅੰਦਰ ਸਿੰਘਾਸਨ ਤੇ ਕੋਈ ਵੀ ਨਹੀਂ। ਬਾਬਾ ਬੁੱਢਾ ਜੀ ਨੇ ਦਰਸ਼ਨ ਕੀਤੇ ਸੰਗਤਾਂ ਨੇ। ਬਾਬਾ ਜੀ ਨੂੰ ਪੁੱਛਿਆ, ਬਾਬਾ ਜੀ ਮਹਾਰਾਜ ਕਿੱਥੇ ਨੇ? ਤੇ ਬਾਬਾ ਜੀ ਅੱਖਾਂ ਬੰਦ ਕਰਕੇ ਵੇਖਦੇ। ਬਾਬਾ ਜੀ ਕਹਿੰਦੇ ਤੁਹਾਨੂੰ ਲੈ ਚੱਲਦੇ। ਬਾਬਾ ਜੀ ਸੰਗਤਾਂ ਨੂੰ ਬਾਹਰ ਲੈ ਆਏ ਤੇ ਗੁਰੂ ਅਰਜਨ ਸਾਹਿਬ ਸੰਗਤਾਂ ਦੇ ਜੋੜੇ ਸਾਫ਼ ਕਰਨ ਦਾ ਸੀਗਾ ਜੀ। ਬਾਹਰ ਆ ਕੇ ਜਦ ਪਏ ਦੇਖਣ, ਹੱਥ ਹੀ ਰਹਿ ਗਏ ਜੋੜੇ,
ਧੰਨ ਗੁਰੂ ਅਰਜਨ ਆਪਨ ਹੱਥੀ ਸਾਫ਼ ਕਰਨ ਪਏ ਜੋੜੇ। ਹੈਰਾਨ ਹੋ ਗਏ। ਹੁਣ ਅੰਦਰੋਂ ਮਹਾਰਾਜ ਰੱਬ ਪਤਾ ਉਹਨਾਂ ਨੂੰ, ਬਾਹਰੋਂ ਦਾਸ ਬਣਨ ਦਾ ਜੀ। ਹਾਂਜੀ। ਜਾਂ ਤੇ ਸਭ ਕੋ ਸਿਮਰਨ ਨਾਮ, ਹਾਂਜੀ। ਕਰਹਿ ਪ੍ਰੇਮ ਤੇ ਲਹਿ ਸੁਖ ਧਾਮ। ਇਹ ਅਵਸਥਾ ਉਹਦੀ ਹੈ ਜਿਹੜਾ ਗਿਆਨੀ ਵੀ ਹੋਵੇ ਤੇ ਭਗਤ ਵੀ ਹੋਵੇ ਜੀ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਭਗਤੀ ਵੱਡੀ ਹੈ, ਭਗਤੀ ਵੱਡੀ ਹੈ। ਹਾਂਜੀ। ਖੁਸ਼ਕ ਗਿਆਨ ਜਾਂ ਤੇ ਨਹਿ ਨੀਕੋ। ਜਿਸ ਗਿਆਨ ਚ ਭਗਤੀ ਨਹੀਂ ਨਾ ਹੈਗੀ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪਿਆਰਿਆ ਉਸ ਗਿਆਨ ਨੂੰ ਖੁਸ਼ਕ ਗਿਆਨ ਕਹਿੰਦੇ ਆ। ਆਖੋ ਵਾਹਿਗੁਰੂ। ਖੁਸ਼ਕ ਗਿਆਨੀ ਬੜੇ ਮਿਲਣਗੇ ਤੁਹਾਨੂੰ, ਬੜੇ ਮਿਲਣਗੇ। ਖੁਸ਼ਕ ਗਿਆਨੀ ਜਿਹੜੇ ਹੁੰਦੇ ਨਾ ਜੀ, ਬੜੇ ਮਿਲ ਜਾਣਗੇ, ਪਰ ਆਤਮ ਗਿਆਨੀ ਥੋੜੇ ਹੁੰਦੇ ਆ ਜੀ। ਖੁਸ਼ਕ ਗਿਆਨੀਆਂ ਨੇ ਖੁਸ਼ਕ ਗੱਲਾਂ ਕਰਨੀਆਂ ਸੰਗਤ ਦੀ, ਤੋੜਨ ਵਾਲੀਆਂ ਗੱਲਾਂ ਕਰਨੀਆਂ। ਆਤਮ ਗਿਆਨੀਆਂ ਨੇ ਜੋੜਨ ਵਾਲੀਆਂ ਗੱਲਾਂ ਕਰਨੀਆਂ ਜੀ। ਕਿਉਂ? ਉਹਨਾਂ ਕੋਲ ਖੁਸ਼ਕ ਗਿਆਨ ਹੁੰਦਾ, ਭਗਤੀ ਨਹੀਂ ਹੁੰਦੀ ਜੀ। ਹਾਂਜੀ। ਸਿਮਰੇ ਨਾਮ ਸ਼੍ਰੇ ਹੋਏ ਜੀ ਕੋ। ਨਾਮ ਸਿਮਰਨ ਕਰਨ ਨਾਲ ਹੀ ਜੀਵਨ ਦਾ ਕਲਿਆਣ ਹੋਣਾ, ਮਹਾਰਾਜ ਕਹਿੰਦੇ ਕਲਿਆਣ ਹੋਣਾ। ਹਾਂਜੀ। ਇੱਥੇ ਪ੍ਰਸੰਗ ਦੀ ਸੰਪੂਰਨਤਾ ਹੈ। ਹੁਣ ਅਗਲਾ ਪ੍ਰਸੰਗ ਸ਼ੁਰੂ ਹੋਣਾ ਤੇ 2 ਮਿੰਟ ਨਾਮ ਤੇ ਲਾ ਲਓ ਸਾਰੇ। 2 ਮਿੰਟ ਜੀ, ਇਹ ਬੜਾ ਜ਼ਰੂਰੀ ਹੈ ਜੀ। ਹਾਂਜੀ। ਜਾਣਕਾਰੀ ਹੁੰਦੀ ਜੇ ਬੰਦਿਆਂ ਕੋਲ, ਪਰ ਜੇ ਸਿਮਰਨ ਨਾ ਕਰਨ ਤੇ ਜਾਣਕਾਰੀ ਵਾਲੇ ਵੀ ਆਫਰੇ ਹੀ ਪਏ ਹੁੰਦੇ ਜੇ ਵੀ ਸਾਨੂੰ ਹੀ ਪਤਾ ਸਾਰਾ ਕੁਛ। ਸਿਮਰਨ ਭਲਾ ਕਰਦਾ। ਵਾਹਿਗੁਰੂ। 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 ਹਾਂਜੀ। ਦੋਹਰਾ ਰਾਜ ਮਹਲਪੁਰ ਕੇ ਵਿਖੇ। ਇੱਕ ਇਹ ਨਗਰ ਹੈ ਜੀ, ਇਹਦਾ ਨਾਮ ਹੈ ਰਾਜ ਮਹਿਲਪੁਰ। ਕੀ ਨਾਮ ਹੈ? ਹਾਂਜੀ। ਭਾਨੋ ਬਹਿਲ ਬਸੰਤ। ਭਾਈ ਭਾਨੂ ਬਹਿਲ ਜੀ ਗੁਰੂ ਜੀ ਦੇ ਸਿੱਖ ਨੇ, ਇਹ ਉਸ ਪਿੰਡ ਵਿੱਚ ਰਹਿੰਦੇ ਆ। ਹਾਂਜੀ। ਭਾਉ ਭਗਤ ਸਿੱਖੀ ਤਰੀ। ਬੜਾ ਭਾਉ ਭਗਤੀ ਵਾਲਾ ਜੀਵਨ ਹੈ, ਸਿੱਖੀ ਉਹਨਾਂ ਧਾਰਨ ਕੀਤੀ ਹੈ। ਵਰਤਹਿ ਗੁਰੂ ਮਤੰਤ। ਤੇ ਜੋ ਗੁਰੂ ਸਾਹਿਬ ਨੇ ਆਖਿਆ ਨਾ ਜੀ, ਉਹੋ ਜਿਹਾ ਜੀਵਨ ਹੈਗਾ ਜੀ ਇਹਨਾਂ ਦਾ ਜੀ। ਉਹੋ ਜਿਹਾ ਜੀਵਨ ਹੈ, ਉਹੋ ਜਿਹੇ ਵਰਤੋਂ ਵਿਵਹਾਰ ਕਰਦੇ ਆ ਜੀ। ਕੀ ਨਾਮ ਹੈ? ਭਾਈ ਭਾਨੂ ਬਹਿਲ ਜੀ। ਕੀ ਨਾਮ ਹੈ? ਹਾਂਜੀ। ਚੌਪਈ ਸਿਮਰੈ ਵਾਹਿਗੁਰੂ ਸਤਨਾਮ। ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ ਸਿਮਰਨ ਕਰਦੇ ਆ। ਹਾਂਜੀ। ਵੰਡ ਖਾਏ ਜੋ ਹੋਵਤ ਧਾਮ। ਜੋ ਇਹਨਾਂ ਦੇ ਘਰ ਵਿੱਚ ਹੈਗਾ ਜੀ, ਵੰਡ ਕੇ ਛਕਦੇ ਆ ਜੀ ਉਹ। ਹਾਂਜੀ। ਸ਼੍ਰੀ ਹਰਗੋਬਿੰਦ ਕੇ ਟਿਗ ਆਇਓ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਜੀ। ਹਾਂਜੀ। ਧਰ ਅਕੋਰ ਕੋ ਸੀਸ ਨਿਵਾਇਓ। ਭੇਟਾ ਰੱਖੀ, ਮੱਥਾ ਟੇਕਿਆ ਜੀ। ਆਪਾਂ ਵੀ ਟੇਕੀਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਬੂਝਨ ਕੀਨੇ ਜਲਦ ਵਿਵੇਕ। ਤੇ
ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕੋਲੋਂ ਪੁੱਛਿਆ। ਹਾਂਜੀ। ਸ਼ਾਸਤਰਾਨ ਮਤ ਅਹੈ ਅਨੇਕ। ਮਹਾਰਾਜ ਸ਼ਾਸਤਰਾਂ 'ਚ ਬੜਾ ਕੁਝ ਲਿਖਿਆ ਜੀ, ਗ੍ਰੰਥਾਂ ਵਿੱਚ ਬਹੁਤ ਕੁਝ ਲਿਖਿਆ। ਅਨੇਕ ਕਹੈ ਮਤ ਏਕ ਨਾ ਮਾਨਿਓ। ਅਨੇਕ ਤਰ੍ਹਾਂ ਦੀਆਂ ਮਤਾਂ ਲਿਖੀਆਂ ਜੀ। ਹਾਂਜੀ। ਜਗ ਹੋਮ ਕੋ ਕਰੈ ਵਿਸਾਲ। ਤੇ ਮਹਾਰਾਜ ਜਗ ਹੋਮ ਕੋ ਕਰੈ ਵਿਸਾਲ, ਇਹ ਲਿਖਿਆ ਜਗ ਕਰੋ, ਲੰਗਰ ਲਾਓ, ਹਵਨ ਕਰੋ, ਲਿਖਿਆ ਜੀ ਗ੍ਰੰਥਾਂ 'ਚ। ਬੜੇ ਬੜੇ ਲੋਕ ਕਰਦੇ, ਪਰ ਸਾਧ ਸੰਗਤ ਜੀ ਅੱਜ ਜੇ ਕਰਨ ਲੱਗੀਏ ਤੇ ਖਰਚਾ ਬੜਾ ਆ ਜਾਂਦਾ ਜੀ। ਹਾਂਜੀ। ਕੋ ਕਹਿ ਦਾਨ ਕਰਹੁ ਬਿਦ ਨਾਲ। ਕਈ ਗ੍ਰੰਥਾਂ 'ਚ ਲਿਖਿਆ ਵੀ ਦਾਨ ਬੜੀ ਵਿਧੀ ਦੇ ਅਨੁਸਾਰ ਕਰਨਾ ਚਾਹੀਦਾ ਜੀ। ਹਾਂਜੀ। ਇੱਧਰ ਨੂੰ ਮੂੰਹ ਕਰਕੇ ਦਾਨ ਕਰਨਾ ਚਾਹੀਦਾ, ਇੱਥੇ ਖਲੋ ਕੇ ਦਾਨ ਕਰਨਾ ਚਾਹੀਦਾ, ਇੰਨਾ ਦਾਨ ਕਰਨਾ ਚਾਹੀਦਾ, ਗ੍ਰੰਥਾਂ 'ਚ ਲਿਖਿਆ ਜੀ ਇਹ। ਹਾਂਜੀ। ਵਡਿਆਈ ਸਤਿਗੁਰ ਕੇ ਧਾਮ। ਪਰ ਮਹਾਰਾਜ ਗੁਰੂ ਘਰ ਵਿੱਚ, ਜਿੱਥੇ ਆਪਾਂ ਸਾਰੇ ਬੈਠੇ ਆ ਨਾ ਜੀ, ਗੁਰੂ ਘਰ ਦੇ ਵਿੱਚ, ਹਾਂਜੀ, ਕੇਵਲ ਸਿਮਰਨ ਕੋ ਸਤਨਾਮ। ਇੱਥੇ ਵਡਿਆਈ ਇਕੱਲੇ ਸਿਮਰਨ ਦੀ ਹੀ ਹੈ। ਨਾਨਕ ਕੈ ਘਰ ਕੇਵਲ ਨਾਮ। ਹਾਂਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ। ਮਹਾਰਾਜ ਇੱਥੇ ਨਾਮ ਦੀ ਗੱਲ ਹੈਗੀ ਹੈ, ਸਿਮਰਨ ਦੀ ਗੱਲ ਹੈਗੀ ਹੈ। ਹਾਂਜੀ। ਅੰਤਰ ਇਨ ਮਹਿ ਕਿਤਿਕ ਬਤਾਵੋ। ਸੱਚੇ ਪਾਤਸ਼ਾਹ ਇਹਦੇ ਵਿੱਚ ਕੀ ਫਰਕ ਹੈਗਾ? ਉਹ ਦਾਨ ਪੁੰਨ ਨੂੰ ਬੜਾ ਮਹਾਨ ਦੱਸਦੇ ਹੈ, ਗੁਰੂ ਘਰ 'ਚ ਇਕੱਲਾ ਨਾਮ ਹੀ ਮਹਾਨ ਹੈ। ਹਾਂਜੀ। ਕਿਮ ਮਹਿਮਾ ਸਤਨਾਮ ਵਧਾਵੋ। ਸੱਚੇ ਪਾਤਸ਼ਾਹ ਸਤਨਾਮ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਮਹਿਮਾ ਇੰਨੀ ਕਿਉਂ ਹੈ? ਹਾਂਜੀ। ਸ਼੍ਰੀ ਮੁਖ ਤੇ ਸੁਨ ਬਾਕ ਬਖਾਨਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੁਣ ਕੇ ਅੱਗੋਂ ਕਹਿਣ ਲੱਗੇ। ਹਾਂਜੀ। ਜੁਗਤ ਬਤਾਵਨ ਕੀਨ ਮਹਾਨਾ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਜੁਗਤੀ ਦੱਸਦੇ ਹੈ। ਹਾਂਜੀ। ਸਤ ਨਾਮ ਏਕਾਂਗ ਪਛਾਨ। ਹਾਂਜੀ। ਅਪਰ ਕਰਮ ਸਭ ਸੁਨ ਸਮਾਨ। ਅਪਰ ਕਰਮ ਸਭ ਸੁਨ ਸਮਾਨ। ਸ਼ੂਨ ਜ਼ੀਰੋ ਨੂੰ ਕਹਿੰਦੇ ਜੀ, ਸਿਫਰ ਨੂੰ। ਮਹਾਰਾਜ ਕਹਿੰਦੇ ਬਾਕੀ ਦਾਨ ਕਰਨਾ, ਜਗ ਕਰਨੇ, ਲੰਗਰ ਲਾਉਣੇ, ਇਹ ਸਾਰੇ ਜ਼ੀਰੋ ਨੇ, ਸ਼ੂਨਯ ਨੇ। ਤੇ ਜ਼ੀਰੋ ਕੱਲੀਆਂ ਹੀ ਲਿਖੀ ਜਾਓ, ਕੋਈ ਮੁੱਲ ਹੁੰਦਾ ਜੀ? ਜ਼ੀਰੋ ਦਾ ਮਤਲਬ ਕੁਝ ਵੀ ਨਹੀਂ। ਮਹਾਰਾਜ ਕਹਿੰਦੇ ਜਿਹੜਾ ਸਿਮਰਨ ਹੈ ਨਾ, ਨਾਮ ਹੈ, ਨਾਮ ਏਕਾ ਹੈ, ਏਕਾ ਜੀ, ਸਾਰਿਆਂ ਦਾ ਮੁੱਲ ਪੈ ਜਾਂਦਾ ਜੀ। ਇੱਕ ਜ਼ੀਰੋ ਹੈ, ਅੱਗੇ ਏਕਾ ਬਣ ਗਿਆ, ਉਹ ਜ਼ੀਰੋ ਦਾ ਮੁੱਲ 10 ਗੁਣਾ ਹੋ ਗਿਆ ਜੀ। ਦੋ ਨੇ ਅੱਗੇ ਏਕਾ ਪੈ ਗਿਆ, 100 ਗੁਣਾ ਹੋ ਗਿਆ। ਤਿੰਨ ਨੇ ਅੱਗੇ ਏਕਾ ਪੈ ਗਿਆ, 1000 ਗੁਣਾ ਹੋ ਗਿਆ। ਹਾਂਜੀ। ਜੇ ਏਕਾਂਗ ਪੂਰਬ ਲਿਖ ਦੇ। ਹਾਂਜੀ। ਛੂ ਨ ਲੱਗੇ 10 ਗੁਣੋ ਬਦੇ। ਮਹਾਰਾਜ ਕਹਿੰਦੇ ਇਹ ਕੰਮ ਕਰੋ, ਪਰ ਪਹਿਲਾਂ ਸਿਮਰਨ ਵੀ ਕਰੋ। ਸਿਮਰਨ ਕੀਤਿਆਂ ਮੰਨ ਲਓ ਪਹਿਲਾਂ 1 ਲੱਗ ਗਿਆ, ਅੱਗੋਂ ਆ ਜ਼ੀਰੋਆਂ ਪਾਈ ਚਲੋ, ਦਾਨ ਪੁੰਨ ਜਗ ਜੋ ਮਰਜ਼ੀ ਕਰੀ ਚਲੋ, ਉਹ ਫਿਰ ਫਲ ਵੱਧਦਾ ਹੀ ਜਾਣਾ। ਕਹਿਣ ਲੱਗੇ ਫਲ ਵੱਧ ਜਾਣਾ। ਪਰ ਨਾਮ ਤੋਂ ਬਗੈਰ ਇਕੱਲੇ ਕਿਸੇ ਜੋਗੇ ਨਹੀਂ ਹੈਗੇ ਜੀ। ਆਖੋ ਵਾਹਿਗੁਰੂ। ਹਾਂਜੀ। ਜੇ ਏਕਾਂਗ ਪੂਰਬ ਲਿਖ ਨਾਹੀ। ਹਾਂਜੀ। ਕੇਵਲ ਛੂਨ ਲਿਖਤ ਹੀ ਜਾਹੀ। ਕੱਲੇ ਕੋਈ ਛੂ ਨਹੀਂ ਲਿਖੀ ਜਾਵੇ, ਜ਼ੀਰੋ 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 ਹੀ ਲਿਖੀ ਜਾਵੇ, ਏਕਾ ਭਾਵੇ ਹੀ ਨਾ। ਮਹਾਰਾਜ ਕਹਿਣ ਲੱਗੇ। ਹਾਂਜੀ। ਸੋ ਸਭ ਖਾਲੀ ਕੁਛ ਨਹਿ ਸਰੈ। ਉਹ ਸਾਰੇ ਖਾਲੀ ਹੈ, ਕੋਈ ਕੰਮ ਨਹੀਂ ਸਰਣਾ। ਕਹਿਣ ਲੱਗੇ।
ਹਾਂਜੀ, ਗਿਣਤੀ ਮਹਿ ਕੋ ਨਹਿ ਧਰੈ। ਕਿਸੇ ਗਿਣਤੀ 'ਚ ਵੀ ਨਹੀਂ ਆਉਂਦੇ, ਕਿਸੇ ਗਿਣਤੀ ਵਿੱਚ ਵੀ ਨਹੀਂ ਆਉਂਦੇ ਜੀ। ਆਖੋ ਸ੍ਰੀ ਵਾਹਿਗੁਰੂ। ਬਾਣੀ ਚ ਆਉਂਦਾ ਚ ਆਵਰੀ ਕਰਮ ਨਾ ਲੇਖੈ ਪਾਏ, ਬਾਕੀ ਕੰਮ ਨੂੰ ਅਵਰੀ ਆਖਿਆ, ਔਰੀ ਆਖਿਆ, ਇਹ ਨਹੀਂ ਲਿਖੇ ਚ ਆਉਂਦੇ ਜੀ। ਹਾਂਜੀ, ਤੇ ਇਸ ਸ਼ਬਦ ਵਿੱਚ ਉਹ ਸਾਰਾ ਆਉਂਦਾ ਜੀ। ਮਹਾਰਾਜ ਨੇ ਜੋ ਆਖਿਆ ਜੀ, ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ। ਹਾਂਜੀ, ਇਹ ਸਾਰੇ ਦੱਸੇ ਜੀ। ਨਾਮ ਨਹੀਂ ਜਪੇ, ਹੋਰ ਬੜੇ ਕੰਮ ਕੀਤੇ ਜੀ। ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹ ਮਿਲੈ ਸਜਾਏ। ਬਾਕੀ ਕੰਮ ਕੀਤੇ, ਸਿਮਰਨ ਨਹੀਂ ਕੀਤਾ ਜੀ। ਤੇ ਮਹਾਰਾਜ ਨੇ ਫਿਰ ਬਾਣੀ ਚ ਲਿਖਿਆ, ਔਰੀ ਕਰਮ ਨਾ ਲੇਖੈ ਪਾਏ। ਬਾਕੀ ਕੰਮ ਕਿਸੇ ਗਿਣਤੀ ਮਿਣਤੀ ਚ ਲੇਖੇ ਚ ਨਹੀਂ ਆਉਂਦੇ ਜੀ। ਹਾਂਜੀ, ਤਿਮ ਸਤਨਾਮ ਬਿਨਾ ਸਭ ਬਾਦ। ਸਤਨਾਮ ਤੋਂ ਬਗੈਰ ਸਾਰੇ ਕੰਮ ਹੀ ਵਿਅਰਥ ਨੇ। ਸਿਮਰਨ ਕੀਤਿਆਂ ਸਾਰੇ ਕੰਮ ਸੌਰਨੇ। ਕਿੰਨਾ ਜ਼ੋਰ ਦਿੱਤਾ ਮਹਾਰਾਜ ਨੇ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਜਪ ਤਪ ਪੂਜਾ ਸਿਮਰਨ ਕਰਕੇ ਹੀ ਸਫਲੇ ਸਾਰੇ ਜੀ। ਹਾਂਜੀ, ਜਿਨ ਕੋ ਫਲ ਯੁਤ ਅੰਤਰੂ ਆਦ। ਹਾਂਜੀ, ਜੇ ਇਕਾਂਗ ਪਰ ਸ਼ੂਨ ਲਿਖਾਏ ਨਾ। ਹਾਂਜੀ, ਹੋਏ ਨਾ 10 ਗੁਣ ਤੋ ਇੱਕ ਜਾਏ ਨਾ। ਗੱਜ ਕੇ ਆਖੋ। ਮਹਾਰਾਜ ਕਹਿਣ ਲੱਗੇ, ਜੇ ਇੱਕ ਨੂੰ ਬਿੰਦੀ ਨਾ ਲਾਈਏ ਤਾਂ ਏਕਾ 10 ਗੁਣਾ ਨਹੀਂ ਹੁੰਦਾ। ਇੱਕ ਹੈ ਜੀ, ਉਹਦੇ ਅੱਗੇ 0 ਨਾ ਪਾਓ, ਉਹ 10 ਗੁਣਾ ਨਹੀਂ ਹੋ ਸਕਦਾ। ਪਰ ਏਕਾ ਤੇ ਰਹੇਗਾ ਹੀ ਨਾ, ਕਹਿਣ ਲੱਗੇ ਏਕਾ ਤੇ ਰਹੇਗਾ ਹੀ ਨਾ। ਇਹਦਾ ਭਾਵ ਕਈ ਬੰਦੇ ਸਿਮਰਨ ਕਰਦੇ, ਦਾਨ ਪੁੰਨ ਹੋਰ, ਜਗ ਨੇਮ ਤਪ ਹੋਰ ਨਹੀਂ ਕਰਦੇ ਜੀ ਉਹ। ਹਾਂਜੀ, ਕਈ ਉਹ ਕਰਦੇ, ਨਾਮ ਨਹੀਂ ਜਪਦੇ। ਮਹਾਰਾਜ ਕਹਿਣ ਲੱਗੇ, ਨਾ ਵੀ ਅੱਗੇ ਏਕੇ ਅੱਗੇ ਸਿਫਰਾਂ ਪੈਣ, ਏਕਾ ਤੇ ਤਾਂ ਵੀ ਰਹਿੰਦਾ ਨਾ। ਹਾਂਜੀ, ਅਪਰ ਜੁਗਨ ਕੇ ਧਰਮ ਸਰਬ ਹੈ। ਹਾਂਜੀ, ਬਲੀ ਵਿਸਾਲ ਸਮੂਹ ਦਰਬ ਹੈ। ਇਹ ਸਾਰੇ ਕੰਮ ਪਹਿਲੇ ਯੁੱਗਾਂ ਦੇ ਨੇ, ਪਹਿਲੇ ਯੁੱਗਾਂ ਦੇ ਨੇ। ਹਾਂਜੀ, ਕਲ ਮਹਿ ਕੇਵਲ ਹੈ ਸਤਨਾਮ। ਕਲਯੁਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਪਿਆਰਿਆ ਸਭ ਤੋਂ ਉੱਤਮ ਵਾਹਿਗੁਰੂ ਜੀ ਦਾ ਨਾਮ ਹੈ। ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ, ਅਬ ਕੱਲੂ ਆਇਓ ਰੇ ਇੱਕ ਨਾਮ ਬੋਬਹੋ ਬੋਬਹੋ। ਮਹਾਰਾਜ ਕਹਿੰਦੇ ਕਲਯੁਗ ਚ ਨਾਮ ਬਲਵਾਨ ਹੈ। ਹਾਂਜੀ, ਇਸ ਤੇ ਲਹੈ ਸ਼ਰੇ ਸੁਖ ਧਾਮ। ਨਾਮ ਤੋਂ ਬਿਨਾ ਸ਼ਰੇ ਨਹੀਂ ਮਿਲਦੀ, ਨਾਮ ਨਾਲ ਹੀ ਮੁਕਤੀ ਮਿਲਣੀ, ਕਹਿਣ ਲੱਗੇ। ਹਾਂਜੀ, ਬਿਨਾ ਨਾਮ ਤੇ ਨਹਿ ਛੁਟਕਾਰਾ। ਕੋਈ ਬੰਦਾ ਆਖੇ ਕਿ ਮੈਂ ਦਾਨ ਕਰਦਾ, ਮੈਂ ਲੰਗਰ ਬੜੇ ਲਾਉਣਾ, ਪਰ ਮੈਂ ਸਿਮਰਨ ਨਹੀਂ ਕਰਨਾ, ਪੁੰਨ ਬਣਨਗੇ ਪਰ ਮੁਕਤ ਨਹੀਂ ਹੋਏਗਾ। ਬਿਨ ਨਾਮ ਹਰ ਕੇ ਮੁਕਤ ਨਾਹੀਂ। ਹਾਂਜੀ, ਕਹੈ ਨਾਨਕ ਦਾਸ। ਅਪਰ ਕਰਮ ਤੇ ਵਧੈ ਅਹੰਕਾਰਾ। ਮਹਾਰਾਜ ਕਹਿਣ ਲੱਗੇ, ਸਗੋਂ ਬਾਕੀ ਕੰਮਾਂ ਨਾਲ ਹਉਮੈ ਵੱਧ ਜਾਂਦੀ ਹੈ। ਵੱਧਦੀ ਜੀ, ਵੱਧਦੀ। ਮੈਂ ਬੜੇ ਲੰਗਰ ਲਾਉਣਾ ਕਹਿੰਦਾ, ਤਾਂ ਨਾਮ ਨਹੀਂ ਜਪਦਾ। ਹਾਂਜੀ, ਨਮਰ ਹੋਨ ਮਿਸਰਨ ਹਰ ਨਾਮ। ਨਮਰ ਹੋਣ ਸਿਮਰਨ ਹਰ ਨਾਮ। ਪਰਮੇਸ਼ਰ ਦੇ ਨਾਮ ਦੇ ਸਿਮਰਨ ਨਾਲ ਅੰਦਰ ਨਿਮਰਤਾ ਆਵੇਗੀ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਹਾਂਜੀ, ਲਹੈ ਅੰਤ ਕੋ ਸੁਖ ਵਿਸਰਾਮ। ਇਹ ਅੰਤ ਨੂੰ ਸੁਖ ਇਹਦੇ ਨਾਲ ਹੀ ਮਿਲਣਾ ਜੀ। ਹਾਂਜੀ,
ਅੰਤਰ ਇਤੋ ਜਾਨ ਮਨ ਮਾਹੇ। ਇਸ ਕਰਕੇ ਇੰਨਾ ਫਰਕ ਹੀ, ਬਾਕੀ ਕੰਮ ਸਿਫਰਾਂ ਤੇ ਨਾਮ ਏਕਾ। ਸਿਫਰਾਂ ਜਿੰਨੀਆਂ ਮਰਜ਼ੀ ਇਕੱਠੀਆਂ ਕਰੋ, ਏਕਾ ਨਹੀਂ ਲੱਗਾ ਕੋਈ ਫਾਇਦਾ ਨਹੀਂ। ਤੇ ਸਿਫਰਾਂ ਤੇ ਨਹੀਂ ਵੀ ਹੈਗੀਆਂ, ਪਰ ਏਕਾ ਹੈਗਾ, ਫਾਇਦਾ ਹੀ ਫਾਇਦਾ ਜੀ। ਹਾਂਜੀ। ਸੋ ਹੰਤਾ ਜੁਤ ਇਸ ਮੈਂ ਨਾਹੀ। ਮਹਾਰਾਜ ਕਹਿਣ ਲੱਗੇ ਬਾਕੀ ਕੰਮਾਂ ਵਾਲੀ ਹਉਮੈ ਸਿਮਰਨ ਚ ਨਹੀਂ ਹੁੰਦੀ ਜੀ। ਪਰ ਚੇਤਾ ਰੱਖਿਓ, ਜਿਹੜੇ ਗੁਰੂ ਦੀ ਜੁਗਤੀ ਨਾਲ ਨਾਮ ਨਹੀਂ ਜਪਦੇ, ਉਹ ਵੀ ਬੜੀ ਹਉਮੈ ਵਾਲੇ ਹੁੰਦੇ ਜੇ। ਉਹ ਵੀ ਬੜਾ ਹੰਕਾਰ ਕਰਦੇ ਜੀ। ਜਿਹੜੇ ਸਿਮਰਨ ਦੀ ਜੁਗਤੀ ਨਾਲ ਸਿਮਰਨ ਕਰਦੇ ਹੈ, ਗੁਰੂ ਸਾਹਿਬ ਦੀ ਬਖਸ਼ੀ ਮਰਿਆਦਾ ਨਾਲ ਸਿਮਰਨ ਕਰਦੇ ਹੈ, ਉਹ ਸੰਗਤ ਦੀ ਹਉਮੈ ਨਹੀਂ ਕਰਦੇ ਜੀ। ਮੈਂ ਤੁਹਾਨੂੰ ਥੋੜੇ ਦਿਨ ਹੋਏ ਇੱਕ ਸਿੰਘ ਦਾ ਪ੍ਰਮਾਣ ਦਿੱਤਾ ਸੀ, ਫਿਰ ਬੇਨਤੀ ਕਰ ਦਿੰਦਾ, ਆਖੋ ਵਾਹਿਗੁਰੂ। ਸਿੰਘ ਕਹਿਣ ਲੱਗਾ, ਮੈਂ ਕਹਿ ਬੈਠਾ ਕਿਸੇ ਨੂੰ, ਕਿਸੇ ਨੇ ਕਿਹਾ ਜੀ ਅੱਜ ਕੱਲ੍ਹ ਸ਼ਾਮੀ ਨਹੀਂ ਆਉਂਦੇ ਗੁਰਦੁਆਰੇ, ਪਲਾਹ ਸਾਹਿਬ ਦੀ ਗੱਲ ਹੈ। ਉਹ ਕਹਿਣ ਲੱਗਾ ਜੀ ਮੈਂ ਅੰਮ੍ਰਿਤ ਵੇਲੇ ਅੱਜ ਕੱਲ੍ਹ ਆਉਣਾ। ਬਸ ਕਹਿਣ ਦੀ ਦੇਰ ਸੀਗੀ, ਉਹਦੇ ਤੋਂ ਬਾਅਦ ਅਗਲੇ ਦਿਨ ਅੰਮ੍ਰਿਤ ਵੇਲੇ ਨਹੀਂ ਗਿਆ, ਕਹਿਣ ਲੱਗੇ ਜਾਇਆ ਹੀ ਨਹੀਂ ਗਿਆ। ਹੁਣ ਉੱਥੇ ਉਹ ਸਿਮਰਨ ਕਰਦੇ ਸੀ, ਪਤਾ ਲੱਗ ਗਿਆ ਨਾ ਇਹ ਕੰਮ ਕੀਤਿਆਂ ਕੰਮ ਖਰਾਬ ਹੋ ਜਾਂਦਾ। ਕਹਿੰਦੇ ਹੁਣ ਅੱਗੇ ਤੋਂ ਨਹੀਂ ਮੈਂ ਗਲਤੀ ਕਰਨੀ ਕਿਸੇ ਨੂੰ ਦੱਸਣ ਦੀ। ਕਿੱਥੋਂ ਬੰਦਾ ਹਉਮੈ ਕਰ ਲੇਗਾ। ਹਾਂਜੀ। ਭਾਨੂ ਬਹਿਲ ਸੁਨਤ ਸੁਖ ਪਾਇਓ। ਹਾਂਜੀ। ਗੁਰ ਕੋ ਕਹਿਬੋ ਹਿਰਦੇ ਬਸਾਇਓ। ਭਾਈ ਭਾਨੂ ਬਹਿਲ ਜੀ ਨੇ ਫਿਰ ਗੁਰੂ ਜੀ ਦੇ ਬਚਨ ਸੁਣੇ ਤੇ ਸੁਣ ਕੇ ਹਿਰਦੇ ਚ ਵਸਾ ਲਏ ਵੀ ਬਾਕੀ ਕੰਮ ਵੀ ਠੀਕ ਹੈ, ਪਰ ਸਿਮਰਨ ਜ਼ਰੂਰੀ ਹੈ। ਲਓ ਹੁਣ ਕਰੋ, ਲੱਗ ਸਿੱਧੇ ਤੇ ਨਾਮ ਜਪੀਏ। ਹਾਂ, ਬੜੇ ਪਿਆਰ ਨਾਲ 4 ਵਾਰੀ ਦਾਸ ਤੇ 4 ਵਾਰੀ ਤੁਸੀਂ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ। ਮਹਾਰਾਜ ਕਹਿੰਦੇ ਸਾਰੇ ਕੰਮ ਠੀਕ ਹੈ, ਪਰ ਨਾਮ ਸਾਰੇ ਕੰਮਾਂ ਨੂੰ ਸਫਲ ਕਰਨ ਵਾਲਾ ਹੈ ਜੀ। ਹਾਂਜੀ, ਮਹਾਰਾਜ ਬਾਣੀ 'ਚ ਕਹਿੰਦੇ ਤੇ ਜਪੋ ਤਾਂ ਏਕੋ ਨਾਮਾ, ਜਪੋ ਤਾਂ ਏਕੋ ਨਾਮਾ। ਜਪੋ ਤਾਂ ਏਕੋ ਨਾਮਾ, ਜਪੋ ਤਾਂ ਏਕੋ ਨਾਮਾ। ਅਬਰ ਨਿਰਾਫਲ ਕਾਮਾ, ਅਬਰ ਨਿਰਾਫਲ ਕਾਮਾ। ਵਾਹਿਗੁਰੂ ਜਪੋ ਤਾਂ ਏਕੋ ਨਾਮਾ, ਜਪੋ ਤਾਂ ਏਕੋ ਨਾਮਾ। ਸਤਿਗੁਰੂ ਜੀ ਮਿਹਰ ਕਰਨ। ਅਰਦਾਸ ਕਰਿਆ ਕਰੀਏ ਮਹਾਰਾਜ, ਜੋ ਆਪ ਜੀ ਨੇ ਕਿਹਾ ਉਹ ਅਸੀਂ ਮੰਨ ਕੇ ਜਪਿਆ ਵੀ ਕਰੀਏ। ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।